ਅੱਛਾ ਮੋਫਰ ਪਿੰਡ ਉਹਦੇ ਮੁੰਡੇ ਦੇ ਨਾਂ ਸੀ ਪ੍ਰੀਤਮ ਸਿੰਘ। ਉਹਦੇ ਤਾਲੁਕ ਬੜੇ ਸਨ ਸਾਡੇ ਨਾਲ, ਬਹੁਤ ਜ਼ਿਆਦਾ ਤਾਲੁਕ ਸਨ। ਘਰ ਵਾਲਾ ਮਸਲਾ ਪ੍ਰੀਤਮ ਸਿੰਘ ਬਲਦ ਉਹਦੇ ਪਿਓ ਦੇ ਨਾਲ ਜੱਸਾ, ਜੱਸੇ ਦੀ ਪੱਗ ਵੱਡੀ ਮੇਰੇ ਪਿਓ ਨਾਲ ਭਰਾ ਬਣਿਆ ਦਾ। ਅੱਛਾ ਇੱਕ ਸੀ ਆਪਣਾ ਪਖੜਿਆਲ ਚੰਦ ਜੱਟ, ਚੰਦ ਜੱਟ ਦਾ ਇੱਕ ਕਮਾਲੂ ਪਿੰਡ ਹੈ ਪਰਾਂ, ਉੱਥੇ ਦਾ ਹੈ ਆਪਣਾ ਕਾਕਾ ਸਿੱਖ। 4-5 ਪਿੰਡਾਂ ਦਾ ਮਾਲਕ, ਚੰਗਾ ਬੰਦਾ, ਤਕੜਾ ਬੰਦਾ। ਇੱਕ ਈਸਰ ਕਮਾਲੂ ਪਿੰਡ ਉਹਨਾਂ ਦਾ ਕਮਾਲੂ। ਅੱਛਾ ਇੱਕ ਦਾ ਜੱਗ ਸਿਆਂ, ਉਹਦਾ ਪਿੰਡ ਦੱਬ ਵਾਲਾ, ਦੱਬ ਵਾਲੀ, ਉਹਦੇ ਨਾਲ ਜੱਗ ਸਿਆਂ। ਅਤੇ ਉਹਨਾਂ ਨੂੰ ਸਿਰਫ ਤਲਾਹ ਵਗ ਜੇ ਵੀ ਫਲਾਣਾ ਫਲਾਣਾ ਅਬਦੁਲ ਗਨੀ ਬਲਦ ਜਮਾਲਦੀਨ ਕੌਮ ਡੋਗਰ ਪਿੰਡ ਲੱਲੂਵਾਸ। ਅਤੇ ਹੁਣ ਬੈਠੇ ਨੇ ਆਪਣਾ ਡੇਰਾ ਬਾਗ ਵਾਲਾ ਅਤੇ ਸ਼ਮਸਾ ਢੱਡਾ, ਜ਼ਿਲ੍ਹਾ ਕੁਜਰਾ ਵਾਲਾ, ਤਹਿਸੀਲ ਨਸ਼ਹਿਰਾ, ਹਾਂ ਥਾਣਾ ਵੀ ਨਸ਼ਹਿਰਾ, ਮਿਲ ਸਕਦੇ ਨੇ। ਅਸਲਾਮ ਵਾਲੇਕਮ, ਸਤਿ ਸ੍ਰੀ ਅਕਾਲ, ਪ੍ਰਣਾਮ ਦੋਸਤੋ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਪਹੁੰਚੀ ਹੈ ਜੀ ਸ਼ਮਸਾ ਢੱਡਾ ਡੇਰਾ ਬਾਗਾਲਾ ਦੇ ਵਿੱਚ। ਇੱਥੇ ਸਾਡੀ ਇੱਕ ਬਜ਼ੁਰਗਾਂ ਦੇ ਨਾਲ ਮੁਲਾਕਾਤ ਆ। ਬਜ਼ੁਰਗ ਵਾਹਵਾ ਹੀ ਰੌਣਕੀ ਜਿਹੇ ਲੱਗਦੇ ਮੈਨੂੰ ਗੱਲਾਂ ਬਾਤਾਂ ਤੋਂ। ਆਪਾਂ ਇਹਨਾਂ ਨਾਲ ਗੱਲਬਾਤ ਕਰਕੇ ਪੁੱਛਣੀ ਆ ਕਿ ਇਹ ਕਿਹੜੀ ਜਗ੍ਹਾ ਤੋਂ ਆਏ ਆ, ਇਹਨਾਂ ਦੀ ਉਮਰ ਕਿੰਨੀ ਸੀ, ਔਰ ਇਹਨਾਂ ਨਾਲ 47 ਦੇ ਟਾਈਮ ਤੇ ਕੋਈ ਚੰਗੀ ਮਾੜੀ ਗੱਲਬਾਤ ਜੋ ਵੀ ਹੋਈ ਉਹ ਸਾਰੀਆਂ ਆਪਾਂ ਇਹਨਾਂ ਨਾਲ ਆਪਾਂ ਅੱਜ ਕਰਨੀਆਂ ਜੀ। ਅਸਲਾਮ ਵਾਲੇਕਮ ਬਾਬਾ ਜੀ। ਵਾਲੇਕਮ ਸਲਾਮ। ਬਾਬਾ ਜੀ ਆਪਣਾ ਨਾਂ ਦੱਸੋ ਪਹਿਲੇ ਤਾਂ। ਅਬਦੁਲ ਗਨੀ। ਅੱਛਾ ਜੀ, ਬਜ਼ੁਰਗਾਂ ਦਾ ਕੀ ਨਾਂ ਸੀ? ਅਬਦੁਲ ਗਨੀ ਬਲਦ ਜਮਾਲਦੀਨ। ਬਲਦ ਜਮਾਲਦੀਨ। ਅੱਛਾ ਤੇ ਆਪਣੀ ਕਿਹੜੀ ਬਰਾਦਰੀ ਬਾਬਾ ਜੀ? ਡੋਗਰ। ਡੋਗਰ। ਬਾਬਾ ਜੀ ਜਿੱਦਾਂ ਜੱਟਾਂ ਦੀ ਵੀ ਗੋਤ ਹੁੰਦੀ ਆ, ਜਿੱਦਾਂ ਢਿੱਲੂ ਆ, ਰੰਧਾਵੇ ਆ, ਚੀਮੇ, ਆਪਣੀ ਡੋਗਰਾਂ ਦੀ ਵੀ ਗੋਤ ਹੈਗੀ ਆ ਕੋਈ? ਆਹੋ ਜੀ, ਕੋਈ ਖੰਮੇ, ਕੋਈ ਦੁੱਧਮ, ਕੁਟਵਾਲ, ਇਸ ਤਰ੍ਹਾਂ ਕਰਕੇ ਆਏ। ਅੱਛਾ ਹਾਂਜੀ ਠੀਕ। ਆਪਣੀ ਕਿਹੜੀ ਆ? ਆਪਣੀ ਦੁੱਧਮ। ਦੁੱਧਮ ਆ, ਠੀਕ ਆ। ਤੇ ਬਜ਼ੁਰਗੋ ਆਪਣਾ ਪਿੰਡ ਪਿਛਲਾ ਕਿਹੜਾ ਸੀਗਾ? ਲੱਲੂਵਾਸ, ਅੱਛਾ। ਜ਼ਿਲ੍ਹਾ ਹਿਸਾਰ, ਅੱਛਾ। ਤਹਿਸੀਲ ਫਤਿਆਬਾਦ, ਅੱਛਾ, ਥਾਣਾ ਰਤੀਆ। ਕੀ ਬਾਤ। ਉੱਥੇ ਜਨਾਬ ਉਜਾੜੇ ਪੈ ਨੇ ਹਾਂ ਜਦੋਂ ਸਿੱਖਾਂ ਦੀ ਮਾਰ ਕੁੱਟ ਸਾਰੇ ਹੋਇਆ। ਸਾਡਾ ਪਿੰਡ ਉੱਠਿਆ ਹਾਂ। ਤੇ ਉੱਠ ਕੇ ਅਸੀਂ ਆ ਗਏ ਹਾਂ ਨਾਲ ਪਿੰਡ ਅਲੀ ਕਾ। ਅਲੀ ਕਾ ਤੋਂ ਉੱਠੇ ਹਾਂ ਅਸੀਂ, ਆ ਗਏ ਨਾਲ ਪਰਾਂ ਐਲੀ ਪਿੰਡ। ਉਹਦੇ ਸਾਰੀ ਡੋਗਰਾਲੀ ਇਕੱਠੀ ਹੋ ਗਈ, ਮੁਸਲਮਾਨ ਇਕੱਠੇ ਹੋ ਗਏ। ਉੱਥੋਂ ਟੁਰ ਪਏ ਹਾਂ, ਉੱਥੋਂ ਟੁਰੇ ਹਾਂ ਅਸੀਂ ਆ ਜਾਂਦੇ ਹਾਂ ਟੁਰਦੇ ਟੁਰਦੇ ਇਹਨਾਂ ਸਿੱਖਾਂ ਦੇ ਵਿੱਚੋਂ ਦੀ। ਸਾਨੂੰ ਕਿਸੇ ਨੇ ਕੁਛ ਨਹੀਂ ਆਖਿਆ, ਨਾਲ ਮਿਲਟਰੀ ਲਾਈ ਹੈ ਤੇ ਸਿੱਖਾਂ ਦੀ, ਸਾਨੂੰ ਟਪਾ ਗਏ। ਅਸੀਂ ਆ ਜਾਂਦੇ ਹਾਂ ਬੀਕਾਨੇਰ। ਅੱਛਾ। ਬੀਕਾਨੇਰ ਆ ਕੇ ਅਸੀਂ ਉੱਥੇ ਡੇਰਾ ਲਾ ਲਿਆ, ਬਹਿ ਗਏ। ਉਹ ਜਿਹੜਾ ਉੱਥੇ ਦਾ ਰਾਜਾ था ਨਾ, ਉਹ ਕਹਿਣ ਲੱਗੇ ਇੰਝ ਕੰਮ ਕਰੋ, ਤੁਸੀਂ ਆਪਣਾ ਮਾਲ ਡੰਗਰ ਛੱਡ ਦਿਓ, ਜੋ ਕੁਛ ਵੀ ਹੈ ਤੁਹਾਡੇ ਕੋਲ, ਮੈਂ ਤੁਹਾਨੂੰ ਗੱਡੀਆਂ 'ਤੇ ਭੇਜ ਦਿੰਦਾ। ਸਾਰੇ ਬੰਦਿਆਂ ਨੇ ਆਖਿਆ ਠੀਕ ਹੈ। ਮਾਲ ਡੰਗਰ ਜਿਹੜਾ ਮੱਝਾਂ, ਘੋੜੀਆਂ, ਗਾਵਾਂ ਅਸੀਂ ਉੱਥੇ ਛੱਡ ਦਿੱਤੀਆਂ। ਛੱਡ ਕੇ ਉੱਥੋਂ ਉਹਨਾਂ ਨੇ ਸਾਨੂੰ ਗੱਡੀਆਂ ਲਾ ਦਿੱਤੀਆਂ। ਗੱਡੀਆਂ ਲਾ ਕੇ ਸਾਡਾ ਜੀਆ ਜੰਮ ਸਾਰਾ ਉੱਥੋਂ ਆ ਗਿਆ। ਉੱਥੇ ਰਹਿ ਗਏ ਮੈਂ ਤੇ ਮੇਰਾ ਪਿਓ ਬਾਗ ਸਾਹਿਬ, ਦੋ ਮੁੰਡੇ ਹੋਰ ਥੇ। ਮੱਝੀ ਫਿਰਨ ਵਿਚਾਰੀਆਂ ਉਡਾਉਂਦੀਆਂ। ਉੱਥੇ ਸਾਡੇ ਕੋਲ ਜੀ ਵਿਚਾਰਾ ਕਿੱਧਰੋਂ ਆਇਆ ਮਾਰੀ ਦਾ, ਉੱਥੇ ਆਇਆ ਸਿੱਖ, ਉਹਦਾ ਨਾਂ ਜੱਗ ਸਿਆਂ। ਅੱਛਾ। ਉਹ ਸਾਡਾ ਪਿੱਛੋਂ ਦਾ ਬਹੁਤ ਤਾਲੁਕ ਸੀ ਜ਼ਿਆਦਾ ਹੀ। ਜਾਗਰ ਸਿਆਂ। ਜੱਗ ਸਿਆਂ। ਜੱਗ ਸਿਆਂ। ਜੱਗ ਸਿਆਂ ਪਿੰਡ ਉਹਨਾਂ ਦਾ ਸਾਹਿਬ ਦੱਬ ਵਾਲੀ। ਡੱਬ ਵਾਲੀ। ਦੱਬ ਵਾਲੀ ਮੰਡੀ ਡੱਬ ਵਾਲੀ। ਮੰਡੀ ਦੱਬ ਵਾਲੀ। ਉੱਥੇ ਉਹ ਰਿਹਾ ਸਾਡੇ ਕੋਲ ਬੈਠੇ ਰਿਹਾ, ਚਾਹ ਸ਼ਾਹ ਬਣਾਈ, ਉਹ ਬੈਠੇ ਬੂਠੇ ਰਹੇ। ਉਹ ਕਹਿਣ ਲੱਗਿਆ ਬਈ ਤੁਹਾਨੂੰ ਕਿਸੇ ਸ਼ਾਇਦ ਦੀ ਜ਼ਰੂਰਤ ਤਾਂ ਲੈ ਜਾਓ। ਅਸੀਂ ਆਖਿਆ ਪਿਓ ਕਹਿੰਦੇ ਨਾ। ਉਹ ਕਰਦੇ ਕਰਦੇ ਰਹੇ ਗੱਲਾਂ, ਚਾਹ ਚ ਪੀਤੀ। ਉੱਥੋਂ ਉਹ ਟੁਰ ਗਿਆ ਛੋਟੇ ਜਿਹੇ ਦਿਨ ਪਿਛਾਂ, ਅਤੇ ਅਸੀਂ ਉੱਥੋਂ ਅਗਲੇ ਦਿਨ ਚੜ੍ਹ ਜਾਂਦੇ ਗੱਡੀ 'ਤੇ। ਅਸੀਂ ਆ ਜਾਂਦੇ ਆਪਣਾ ਨਹਿਰ ਇੱਕ ਬੀਕਾਨੇਰ ਤੋਂ ਅੱਗੇ ਨਹਿਰ, ਬਹੁਤ ਬੜੀ ਨਹਿਰ ਹੈ, ਉੱਥੇ ਸਾਰਿਆਂ ਦਾ ਡੇਰਾ ਲੱਗ ਗਿਆ ਹੱਦ ਦੇ ਉੱਤੇ। ਨਹਿਰ ਦੇ ਚਿੜੀ ਨਹੀਂ ਪਾਣੀ ਪੀ ਸਕਦੀ। ਹਾਂਜੀ ਉੱਥੇ ਅਸੀਂ ਡੋਲ ਡਾਲ ਬੰਨ੍ਹ ਕੇ ਜਾਂ ਦੋਣੀਆਂ ਜਾਂ ਕੁਛ ਵੀ ਬੰਨ੍ਹ ਕੇ ਪਾਣੀ ਕੱਢਿਆ। ਪਾਣੀ ਕੱਢ ਕੇ ਅੰਨ ਪਾਣੀ ਪਕਾਇਆ, ਰੋਟੀ ਰਾਟੀ ਖਾਂਦੇ ਰਹੇ, 2 ਦਿਨ ਰਹੇ। ਉੱਥੋਂ ਅਸੀਂ ਅੱਗਾ ਟੁਰੇ ਹਾਂ
ਅਸੀਂ ਆ ਗਏ ਚਿਸ਼ਤੀਆਂ ਦੇ ਨਾਲ ਹੈ ਢਾਰੀਆਂ ਪਿੰਡ ਉੱਥੇ ਅੱਛਾ ਬੈਠੇ ਨੇ ਚੱਕਾਂ ਛੋਟੇ ਛੋਟੇ ਘਰ ਡਿੱਗੀਆਂ ਦੀਆਂ ਬਣੀਆਂ ਨੇ ਪਾਣੀ ਵਾਲੀਆਂ ਉੱਥੇ ਬੈਠੇ ਆ ਉੱਥੇ ਰਹੇ ਹਾਂ ਅਸੀਂ 3 ਦਿਨ ਉਧਰੋਂ ਆ ਗਈ ਬਕਰਾਈ ਵੀ ਉਹ ਅੱਛਾ ਜੀ ਅਸੀਂ ਆ ਗਏ ਸ਼ੇਖੂਪੁਰ 2 ਰਾਤਾਂ ਕੱਟੀਆਂ ਨੇ ਅੱਛਾ ਜੀ ਉਸ ਬੰਦੇ ਆ ਗਏ 4-5 ਉਹ ਕਹਿਣ ਲੱਗੇ ਥੋੜੇ ਥੋੜੇ ਲੈ ਲਿਆ ਅਸੀਂ ਤਾਲੇ ਤੋੜ ਲੈਂਦੇ ਆ ਮਕਾਨ ਵਿਹਲੇ ਪਨ ਵੜ ਜਾਓ ਵਿੱਚ ਨਾ ਬੜੇ ਇਹ ਕਹਿੰਦੇ ਜੀ ਅਸੀਂ ਜ਼ਮੀਨਾਂ ਸਾਡੀਆਂ ਅਸੀਂ ਤਾਂ ਜਾਵਾਂਗੇ ਪਿੰਡ 'ਚ ਉਹ ਕਹਿੰਦੇ ਤੁਹਾਡੇ ਰਕਬੇ ਹੀ ਪੈ ਜਾਣਗੇ ਇੱਥੇ ਰਹੋ ਕਹਿੰਦੇ ਵੀ ਸਾਡੇ ਬੜੇਰੇ ਕਿ ਨਾ ਮੰਨੇ ਕਹਿੰਦੇ ਵੀ ਨਹੀਂ ਅਸੀਂ ਜਾਣਾ ਅਸੀਂ ਆ ਗਏ ਉੱਥੋਂ ਸ਼ੇਖੂਪੁਰ ਇੱਥੇ ਆਪਣੇ ਕਾਸਮਪੁਰ ਕਾਸਮਪੁਰ ਆਏ ਉੱਥੇ ਸਾਨੂੰ ਖੱਤਰੀਆਂ ਦੀਆਂ ਕੋਠੜੀਆਂ 7-8 ਮਿਲ ਗਈਆਂ ਮਾਲ ਡੰਗਰ ਵੀ ਮਿਲ ਗਿਆ ਉਹਨਾਂ ਨੇ ਲੈ ਕੇ ਦਿੱਤਾ ਸਾਨੂੰ ਜਿਹੜੇ ਲੋਕਾਂ ਨੂੰ ਖੋਲ੍ਹਾ ਖਾਦਾ ਕੋਈ ਮੱਝਾਂ ਕੋਈ ਟੱਗੇ ਇਹ ਵੋ ਜੋ ਛੱਡ ਕੇ ਗਏ ਸੀ ਉਹ ਛੱਡ ਕੇ ਸਾਨੂੰ ਮਿਲ ਗਿਆ ਇੱਥੇ ਅੱਛਾ ਖੈਰ ਰਹੇ ਅਸੀਂ ਬਾਬਾ ਸਾਲ ਉੱਥੇ ਉੱਥੋਂ ਬਾਅਦ ਦੇ ਵਿੱਚ ਰਕਬਾ ਸਾਡਾ ਪੈ ਗਿਆ ਟੱਡੇ ਸ਼ਮਸੀ ਡੇਰਾ ਬਾਗ ਵਾਲਾ ਅੱਛਾ ਇੱਥੇ ਅਸੀਂ ਰਹੇ ਬਾਗ ਸਾਰੀ ਸਾਡੇ ਇੱਥੇ ਆ ਗਿਆ ਇੱਥੇ ਫੌਜ ਹੋਇਆ ਬਾਬੇ ਯਾਨੀ ਫਿਰ ਤੁਸੀਂ ਉੱਥੋਂ ਆ ਕੇ ਇੱਥੇ ਆ ਕੇ ਵੱਸ ਗਏ ਠੀਕ ਆ ਉਦੋਂ ਆਪਣੀ ਉਮਰ ਕਿੰਨੀ ਸੀ ਜਦੋਂ ਆਪਾਂ ਉੱਥੋਂ ਆਏ ਉਮਰ ਮੇਰੀ 13-14 ਸਾਲ 12 ਸਾਲ ਲਾ ਲੈ 14 ਕਰ ਲੈ ਬਸ ਇੰਨੀ ਕੁ। ਅੱਛਾ ਆਪਣਾ ਪਿੰਡ ਸਾਰਾ ਉਹ ਡੋਗਰਾਂ ਦਾ ਸੀ ਕੋਈ ਮੁਸਲਮਾਨ ਆਪਣਾ ਤੋਂ ਹਟ ਕੇ ਵੀ ਬਰਾਦਰੀ ਬੈਠੀ ਸੀ ਸਿੱਖ ਜਾਂ ਹਿੰਦੂ ਰਾਜਪੂਤ ਸਨ ਅੱਗੇ ਅੱਛਾ ਅੱਗੇ ਸਨ ਆਪਣਾ ਮੁਸਲਮਾਨ ਡੋਗਰ ਅੱਗੇ ਡੋਗਰ ਅੱਗੇ ਆਪਣਾ ਰਾਜਪੂਤ ਉਹ ਵੀ ਮੁਸਲਮਾਨ ਸੀ ਉਹ ਵੀ ਮੁਸਲਮਾਨ ਯਾਨੀ ਦੂਸਰੇ ਕੋਈ ਨਹੀਂ ਸੀ ਨਾ ਚੂੜਿਆਂ ਦੇ ਪਿਆ ਆਪਣਾ 60 ਸੀ ਪਰਲੇ ਪਾਸੇ ਹਾਂ 10-12 ਘਰ ਹਾਂ ਲੋਕਾਂ ਨਾਲ ਸੇਪਰ ਸੁਪਾਂ ਕਰਦੇ ਤੇ ਸਾਡਾ ਤਲਕ ਸੀ ਜੀ ਇਹ ਗੱਲ ਮੈਂ ਤੁਹਾਨੂੰ ਦੱਸਦਾ ਦੂਜੀ ਛੱਡੋ ਪਿੰਡ ਦਾ ਮੋਫਰ ਉਹਨਾਂ ਦਾ ਉਦੋਂ ਰਿਆਸਤ ਪਟਿਆਲਾ ਸੀ ਅੱਛਾ ਮੋਫਰ ਪਿੰਡ ਉਹਦੇ ਮੁੰਡੇ ਦੇ ਨਾਂ ਸੀ ਪ੍ਰੀਤਮ ਸਿੰਘ ਉਹਦੇ ਤਲਕ ਬੜੇ ਸਨ ਸਾਡੇ ਨਾਲ ਬਹੁਤ ਜ਼ਿਆਦਾ ਤਲਕ ਸਨ ਘਰ ਵਾਲਾ ਮਸਲਾ ਪ੍ਰੀਤਮ ਸਿੰਘ ਬਲਦੋ ਉਹਦੇ ਪਿਓ ਦੇ ਨਾਲ ਜੱਸਾ ਅੱਛਾ ਜੱਸੇ ਦੀ ਪੱਗ ਬੱਟੀ ਮੇਰੇ ਪਿਓ ਨਾਲ ਅੱਛਾ ਭਰਾ ਬਣਿਆ ਦਾ ਅੱਛਾ ਇੱਕ ਸੀ ਆਪਣਾ ਪਖੜਿਆਲ ਚੰਦ ਜੱਟ ਚੰਦ ਜੱਟ ਦਾ ਇੱਕ ਕਮਾਲੂ ਪਿੰਡ ਹੈ ਪਰਾਂ ਉੱਥੇ ਦਾ ਹੈ ਆਪਣਾ ਕਾਕਾ ਸਿੱਖ 4-5 ਪਿੰਡਾਂ ਦਾ ਮਾਲਕ ਚੰਗਾ ਬੰਦਾ ਤਗੜਾ ਬੰਦਾ ਤਕੜਾ ਬੰਦਾ ਇੱਕ ਈਸਰ ਕਮਾਲੂ ਪਿੰਡ ਉਹਨਾਂ ਦਾ ਕਮਾਲੂ ਅੱਛਾ ਅੱਛਾ ਇੱਕ ਦਾ ਜੱਗ ਸਿਆਂ ਉਹਦਾ ਪਿੰਡ ਦੱਬ ਵਾਲਾ ਦੱਬ ਵਾਲੀ ਵਾਲੀ ਦਾ ਜਿਹੜਾ ਰਹਿਣਾ ਸੀ ਮੰਡੀ ਡੱਬਾ ਉਹਦੇ ਨਾਲ ਜੱਗ ਸਿਆਂ ਤੇ ਉਹਨਾਂ ਨੂੰ ਸਿਰਫ ਤਲਾਹ ਬਗ ਜੇ ਵੀ ਫਲਾਣਾ ਅਬਦੁਲ ਗਨੀ ਬਲਦ ਜਮਾਲਦੀਨ ਕੌਮ ਡੋਗਰ ਪਿੰਡ ਲੱਲੂਵਾਸ ਤੇ ਹੁਣ ਬੈਠੇ ਨੇ ਆਪਣਾ ਡੇਰਾ ਬਾਗ ਵਾਲਾ ਤੇ ਸ਼ਮਸਾ ਟੱਡਾ ਡੇਰਾ ਕੁਜਰਾ ਵਾਲਾ ਤਹਿਸੀਲ ਨਸ਼ਹਿਰਾ ਹਾਂ ਥਾਣਾ ਵੀ ਨਸ਼ਹਿਰਾ ਮਿਲ ਸਕਦੇ ਨੇ ਮਿਲ ਸਕਦੇ ਯਾਨੀ ਤੁਹਾਡੇ ਵੱਲੋਂ ਖੁੱਲਾ ਸੱਦਾ ਆ ਹਾਂ ਇੱਥੇ ਆਉਣ ਨਨਕਾਣੇ ਕਿਤੇ ਵੀ ਆਉਂਦੇ ਰਹਿੰਦੇ ਨੇ ਤੇ ਮਿਹਰਬਾਨੀ ਕਰਕੇ ਮਿਲ ਸਕਦੇ ਨੇ ਇਹ ਬੰਦੇ ਲਓ ਜੀ ਬਾਬਾ ਜੀ ਹੁਣਾਂ ਨੇ ਨਾਂ ਲੈ ਕੇ ਜਾਣੀ ਖੁੱਲਾ ਸੱਦਾ ਦਿੱਤਾ ਹੈ ਕਿ ਜਦੋਂ ਵੀ ਕਿਤੇ ਪਾਕਿਸਤਾਨ ਦਾ ਚੱਕਰ ਲੱਗੇ ਤਾਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਨੂੰ ਵੈਲਕਮ ਕਰੂੰਗਾ ਔਰ ਮਿਲਣਾ ਵੀ ਚਾਹੁੰਦੇ ਆ ਤੇ ਇਹ ਜਿਹੜੇ ਬੰਦੇ ਜਿਨ੍ਹਾਂ ਦੇ ਨਾਂ ਲਏ ਅਗਰ ਉਹਨਾਂ ਦੀ ਨਸਲ 'ਚੋਂ ਕੋਈ ਬੰਦਾ ਆਉਂਦਾ ਤੇ ਉਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ। ਦੂਸਰੀ ਗੱਲ ਇੱਕ ਬਜ਼ੁਰਗਾਂ ਨੇ ਨਾਂ ਲਏ ਸੀਗੇ ਲਫ਼ਜ਼ ਇੱਕ ਇਸਤੇਮਾਲ ਕੀਤਾ ਸੀ ਚੂੜੇ ਦਾ ਜਾਂ ਅਕਸਰ ਸਾਡੇ ਜਿਹੜੇ ਬਜ਼ੁਰਗ ਉੱਥੋਂ ਆਏ ਉਹ ਚਮਾਰ ਦਾ ਵੀ ਲਫ਼ਜ਼ ਇਸਤੇਮਾਲ ਕਰ ਲੈਂਦੇ ਆ ਤੇ ਸਾਡੇ ਬਹੁਤ ਸਾਰੇ ਵੀਰ ਭਰਾ ਜਿਹੜਾ ਇਸ ਗੱਲ ਦਾ ਗੁੱਸਾ ਕਰ ਲੈਂਦੇ ਕਿ ਯਾਰ ਸਾਨੂੰ ਇਸ ਤਰ੍ਹਾਂ ਕਿਉਂ ਕਹਿੰਦੇ ਆ। ਅਸਲ ਦੇ ਵਿੱਚ ਜਦੋਂ ਬਾਬਾ ਜੀ ਇਹ ਮੇਰਾ ਵੀਰਾ ਗੁੱਸਾ ਨਾ ਕਰਿਆ ਕਰੋ ਅਗਰ ਤੁਹਾਡਾ ਦਿਲ ਦੁਖਦਾ ਤਾਂ ਅਸੀਂ ਇਸ ਚੀਜ਼ ਵੱਲੋਂ ਮਾਜ਼ਰਤ ਕਰਦੇ ਹਾਂ ਆਪਣੇ ਜਿੰਨੇ ਵੀ ਦੇਖਣ ਵਾਲੇ ਆ। ਲੇਕਿਨ ਇਹ ਬਜ਼ੁਰਗਾਂ ਨੂੰ ਨਹੀਂ ਪਤਾ ਹੈਗਾ ਕਿ ਇਹ ਕਾਨੂੰਨ ਬਾਅਦ 'ਚ ਕਿਹੜਾ ਪਾਸ ਹੋਇਆ ਤੇ ਉਸ ਨਾਂ ਨੂੰ ਬਦਲ ਕੇ ਕਿਹੜੇ ਨਾਂ ਰੱਖੇ ਗਏ ਆ। ਇਹ ਜਿਹੜੇ ਆਪਣੇ ਵਸੇਬ 'ਚ ਛੱਡ ਕੇ ਆਏ ਸਮਝ ਲਓ ਸਟਕ ਹੋਏ ਆ 1947 ਦੇ ਮਾਹੌਲ ਨੂੰ ਛੱਡ ਕੇ ਇਹ ਉਸ ਨੂੰ ਉਸੇ ਰੰਗ ਨਾਲ ਦੇਖਦੇ ਆ ਔਰ ਉਹ ਜਿਹੜੇ ਲੋਕ ਜੋ ਉਸ ਵਕਤ ਜੋ ਕਹਿੰਦੇ ਹੁੰਦੇ ਸੀ ਇਹ ਲਫ਼ਜ਼ ਜਿਹੜਾ ਆ ਉਸੇ ਤਰ੍ਹਾਂ ਇਸਤੇਮਾਲ ਕਰਦੇ ਆ। ਲੇਕਿਨ ਇਹਨਾਂ ਨੂੰ ਇਹ ਨਹੀਂ ਪਤਾ ਕਿ ਹੁਣ ਕਾਨੂੰਨ ਬਦਲ ਗਿਆ ਔਰ ਕਾਨੂੰਨ ਦੇ ਵਿੱਚ ਇਸ ਲਫ਼ਜ਼ ਨੂੰ ਇਸਤੇਮਾਲ ਕਰਨ ਵਾਲੇ ਲਈ ਸਜ਼ਾ ਵੀ ਰੱਖੀ ਆ। ਲਿਹਾਜ਼ਾ ਬਜ਼ੁਰਗ ਜਿਹੜੇ ਆ ਉਹ ਵਿਚਾਰੇ 1947 ਦੇ ਹਵਾਲੇ ਨੇ ਇਸ ਤਰ੍ਹਾਂ ਲਫ਼ਜ਼ ਇਸਤੇਮਾਲ ਕਰ ਜਾਂਦੇ ਆ। ਅਗਰ ਕਿਸੇ ਦਾ ਦਿਲ ਦੁਖਦਾ ਤੇ ਅਸੀਂ ਆਪਣੇ ਚੈਨਲ ਦੀ ਤਰਫੋਂ ਔਰ ਆਪਣੇ तमाम ਲੋਕਾਂ ਦੀ ਤਰਫੋਂ ਵੀ ਇਸ ਚੀਜ਼ ਦੀ ਮਾਜ਼ਰਤ ਚਾਹੁੰਦੇ ਹਾਂ ਕਿ ਅਗਰ ਸਾਡੀ ਕਿਸੇ ਵਜ੍ਹਾ ਤੋਂ ਕਿਸੇ ਇੱਕ ਇਨਸਾਨ ਦਾ ਵੀ ਅਗਰ ਦਿਲ ਦੁਖਦਾ ਤੇ ਅਸੀਂ ਆਪਣੇ ਆਪ ਨੂੰ ਸਮਝਦੇ ਗਿਲਟੀ ਫੀਲ ਕਰਦੇ ਕਿ ਯਾਰ ਸਾਡੀ ਵਜ੍ਹਾ ਤੋਂ ਉਹਦਾ ਕਿਉਂ ਦਿਲ ਦੁਖਿਆ। ਅੱਛਾ ਬਾਬਾ ਜੀ
ਉਦੋਂ ਆਪਾਂ ਜਿਹੜੇ ਪਿੰਡ 'ਚ ਰਹਿੰਦੇ ਸੀਗੇ, ਇਹਦਾ ਮਤਲਬ ਉੱਥੋਂ ਆ ਕੇ ਆਪਣਾ ਕੋਈ ਨੁਕਸਾਨ ਨਹੀਂ ਹੋਇਆ ਹੈਗਾ, ਕਿਸੇ ਤਰ੍ਹਾਂ ਨਹੀਂ, ਕੋਈ ਆਪਣੇ ਸਹੀ ਸਲਾਮਤ ਆ ਗਏ ਆ। ਕੋਈ ਨੁਕਸਾਨ ਨਹੀਂ ਹੋਇਆ। ਤੇ ਤੁਸੀਂ ਆਪਣਾ ਹੁਣ ਸੱਦਾ ਵੀ ਦੇ ਦਿੱਤਾ ਵੀ ਮੈਨੂੰ ਮਿਲੋ ਆ ਕੇ, ਜਿਹੜੇ ਵੀ ਮਿਲਣਾ ਚਾਹੁੰਦੇ ਆ। ਉਹ ਆਪਣਾ ਬੜੇ ਅਮਨ ਨਾਲ ਉੱਠੇ ਆ, ਬੜੇ ਆਰਾਮ ਨਾਲ ਉੱਠੇ ਉੱਥੋਂ ਤੇ ਸਹੀ ਸਲਾਮਤ ਆ ਗਏ ਆ। ਉੱਥੋਂ ਤੁਰ ਕੇ ਇੱਥੇ ਹੀ ਆ ਗਏ ਪਾਕਿਸਤਾਨ 'ਚ। ਕੋਈ ਨੁਕਸਾਨ ਨਹੀਂ, ਕੋਈ ਕੱਖ ਨਹੀਂ, ਆਰਾਮ ਨਾਲ ਆਏ ਆ ਉੱਥੋਂ। ਆਪਣੇ ਪਿੰਡਾਂ ਦੇ ਆਲੇ ਦੁਆਲੇ ਕਿਹੜੇ ਪਿੰਡ ਸੀਗੇ? ਸਰਦਾਰੇ ਵਾਲਾ, ਅੱਛਾ, ਨੰਗਲ, ਬਾਮਣਾ ਵਾਲਾ ਤੇ ਸ਼ੇਰ ਖਾਂ ਵਾਲਾ, ਬਗਾਨੀਆਂ, ਬੋਹਾ, ਬਲਾਡਾ, ਪਿਰਚੀਆਂ, ਫਰੀਦਕਾ, ਇਹ ਪਿੰਡ ਸਨ। ਆਪਣੇ ਨਾਨਕੇ ਕਿਹੜੇ ਪਿੰਡ 'ਚ ਸੀਗੇ? ਆਹ ਪਿੰਡ 'ਚ ਹੀ ਦੁੱਧੂਵਾਸ। ਅੱਛਾ, ਭੂਆਲੀ। ਹਾਂ ਵੀ ਨਾਨਕੇ ਬਾਬਾ ਬੈਠ ਕੇ ਗਏ। ਤੇ ਆਪਣੇ ਜਿਹੜੇ ਉੱਥੋਂ ਦੇ ਫਿਰ ਡੋਗਰ ਜਿਹੜੇ ਇੱਥੇ ਆਏ ਆ, ਇਹ ਫਿਰ ਇਸੇ ਸਾਰੇ ਪਿੰਡ 'ਚ ਬਹਿ ਗਏ ਜਾਂ ਹੋਰ ਅੱਗੇ ਪਿੱਛੇ? ਨਾ ਜੀ ਨਾ, ਕੋਈ ਝੁੱਗੀ ਵਾਲੇ, ਕੋਈ ਅਲੀਪੁਰ, ਕੋਈ ਮੁਜ਼ੱਫਰਗੜ੍ਹ, ਕੋਈ ਕਿਤੇ, ਕੋਈ ਲਾਹੌਰ, ਕੋਈ ਭੰਗਵੀਂ, ਚਾਚੋ ਕੀ, ਪਾਖਰ, ਆਪਣਾ ਉਹ ਕੱਕੜੀ, ਖਾਨਗਾਈ, ਮਾਂਗਾ। ਕੱਕੜੀ ਕਿੱਥੇ? ਗੋਜਰੇ ਕੋ? ਆ ਕੱਕੜ ਅੱਛਾ, ਆਪਣਾ ਨੇੜੇ ਨੇ, ਇੱਥੇ ਵੀ ਸਿੱਖ ਉੱਠ ਕੇ ਗਏ। ਉਹ ਆਪਣਾ ਐਂ ਖਿੰਡ ਕੇ ਬਹਿ ਗਏ, ਕੋਈ ਕਿਤੇ ਬਹਿ ਗਿਆ, ਕੋਈ ਕਿਤੇ ਬਹਿ ਗਿਆ, ਕੋਈ ਗਿਆ, ਕੋਈ ਜਿੱਥੇ ਜਗ੍ਹਾ ਮਿਲੀ ਉੱਥੇ ਰੱਖ ਵੀ ਪਵਾ। ਬਾਬਾ ਇਹ ਟਾਈਮ ਲੱਗਿਆ ਹੋਣਾ ਦੁਬਾਰਾ ਸੈੱਟ ਹੋਣ ਨੂੰ, ਉੱਥੇ ਆਪਣੇ ਉਹ ਨਕਸ਼ੇ ਜਿਹੜੇ ਭੁਲਾਣ ਨੂੰ ਤੇ ਨਵੇਂ ਨਕਸ਼ਿਆਂ, ਨਵੀਂ ਜਗ੍ਹਾ ਵਸਣ ਲਈ। ਉਹ ਤੁਹਾਨੂੰ ਪਤਾ ਦਿਲ ਤਾਂ ਨਹੀਂ ਲੱਗਦਾ, ਆਪਣਾ ਵਤਨ ਛੱਡ ਕੇ, ਆਪਣੀ ਭੋਏ ਛੱਡ ਕੇ, ਪਿੰਡ ਛੱਡ ਕੇ, ਸਾਰੇ ਬਹੁਤ ਰਲ ਕੇ ਵੱਸਦੇ ਸਾਂ ਅਮਨ ਨਾਲ, ਤੇ ਬੜਾ ਕੰਮ ਸੀ। ਤੇ ਹੁਣ ਉੱਥੋਂ ਦਿਲ ਤੇ ਬੜਾ ਕਰਦਾ ਜਿਹੜੇ ਹੁਣ ਮੇਰੇ ਕੋਲ 500-700 ਘਰ ਦਾ ਡੋਗਰਾਂ ਦਾ, 500-700 ਘਰ ਦਾ ਰਾਜਪੂਤਾਂ ਦਾ, ਸਾਰਿਆਂ ਨਾਲ ਮਿਲਾਪ, ਹੱਸਣਾ ਖੇਡਣਾ, ਬਹੁਤ ਬੜਾ ਪਿੰਡ ਸੀ ਸਾਡਾ ਲੁਧਿਆਣਾ। ਹਾਂਜੀ, ਤੇ ਨਾਲ ਹੀ ਸਰਦਾਰੇ ਵਾਲਾ, ਉਜਲੇ ਮਤਲਬ ਨਾ ਬੋਹਾ, ਭੀਂਬੜਾ, ਫਰੀਦਕਾ, ਪਿਰਚੀਆਂ, ਮਲਖੋਂ, ਨਾਲ ਪਿੰਡ ਸਾਡੇ ਨਾ ਮੀਲ ਤੇ ਉੱਥੇ ਡੋਗਰ ਸਾਰੇ ਬੈਠੇ ਸਨ। ਤੇ ਬਾਬਾ ਜੀ ਹੁਣ ਕੀ ਸੁਨੇਹਾ ਦੋਗੇ ਆਪਣੀ ਜਿਹੜੀ ਨਵੀਂ ਪੀੜ੍ਹੀ ਆ? ਕਿੰਨੇ ਦੀ ਪੈਗਾਮ ਕੀ ਦੇਣਾ ਚਾਹੋਗੇ ਉਹਨਾਂ ਨੂੰ? ਪ੍ਰੋਗਰਾਮ ਤੇ ਇਹੀ ਦੇਣਾ ਵੀ ਭਾਈ ਅੱਗੇ ਆਪਣੇ ਤਾਲਕ ਸਨ, ਪਿਓ ਵੀ ਮਰ ਗਿਆ ਤੇ ਬਾਬਾ ਅਬਦੁਲ ਗਨੀ ਜਿਹੜਾ ਜਿਉਂਦਾ ਹੈ, ਤੇ ਜੇ ਤੁਹਾਡੀ ਮਿਹਰਬਾਨੀ ਚੱਕਰ ਲੱਗੇ ਉਹਨੂੰ ਮਿਲ ਸਕਦੇ ਆ। ਇਹ ਆਪਣਾ ਸ਼ੋਕਪੁਰ ਆਉਂ, ਅੱਗੋਂ ਬੇਗਪੁਰ ਹੈ, ਬੇਗਪੁਰ ਆ ਕੇ ਸ਼ਮਸਾ ਢੱਡਾ ਪੁੱਛ ਕੇ ਡੇਰਾ ਬਾਗ ਵਾਲਾ। ਲਓ ਜੀ, ਬਾਬਾ ਜੀ ਨੇ ਤਾਂ ਫਿਰ ਯਾਨੀ ਇੱਕ ਵਾਰੀ ਫੇਰ ਇਹੀ ਗੱਲ ਕਹੀ ਹੈ ਕਿ ਮੈਂ ਮਿਲਣਾ ਚਾਹਨਾ, ਜਿਹੜੇ ਵੀ ਲੋਕ ਅਗਰ ਇੱਥੇ ਆਉਂਦੇ ਆ, ਸਾਨੂੰ ਜਾਣਦੇ ਆ ਜਾਂ ਸਾਡੇ ਬਜ਼ੁਰਗਾਂ ਨੂੰ ਜਾਣਦੇ ਆ, ਮੁਲਾਕਾਤ ਕਰਨ, ਸਾਡੇ ਨਾਲ ਲਾਜ਼ਮੀ ਕਰਨ। ਤੇ ਅਸੀਂ ਜੀ ਕੋਸ਼ਿਸ਼ ਕਰਕੇ ਜਿਹੜੇ ਬਜ਼ੁਰਗ ਜਿਹੜੇ ਸਾਡੇ ਕੋਲ ਇੱਕ ਅਨਮੋਲ ਤੋਹਫਾ ਆ, ਇਹਨਾਂ ਦਾ ਕੋਈ ਨੇਮਲ ਬਦਲ ਨਹੀਂ ਹੈਗਾ, ਕਿਉਂਕਿ ਇਹਨਾਂ ਨੇ ਇੱਕ ਤਾਰੀਖ ਜਿਹੜੀ ਆਪਣੇ ਸੀਨੇ ਦੇ ਵਿੱਚ ਦਫਨ ਕੀਤੀ ਹੋਈ ਆ, ਇਹਨਾਂ ਦੇ ਨਾਲ ਹੀ ਉਹ ਇਸ ਦੁਨੀਆ ਤੋਂ ਚਲੇ ਜਾਣੀ ਆ। ਅਸੀਂ ਕੋਸ਼ਿਸ਼ ਕਰਕੇ ਵੀਡੀਓ ਰਿਕਾਰਡ ਕਰੀ ਦੀਆਂ ਤਾਂ ਕਿ ਇਹ ਜਿਹੜੀ ਇੱਕ ਹਿਸਟਰੀ ਆ ਇਹਨੂੰ ਇੱਕ ਵੀਡੀਓ ਦੀ ਸ਼ਕਲ 'ਚ ਕੈਦ ਕੀਤਾ ਜਾਏ, ਔਰ ਸਾਡੀ ਜਿਹੜੀ ਨਵੀਂ ਨਸਲ ਆਉਣ ਵਾਲੇ ਟਾਈਮ 'ਚ, ਤਾਂ ਹੁਣ ਪਿਛਲੇ ਚੀਜ਼ਾਂ ਜਿਹੜੀਆਂ ਲੋਕ ਭੁੱਲਦੇ ਜਾ ਰਹੇ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਜਿਨ੍ਹਾਂ ਦਾ ਸਾਨੂੰ ਵੀ ਨਹੀਂ ਪਤਾ, ਕਦੇ ਨਾਂ ਨਹੀਂ ਸੁਣੇ। ਇਸੇ ਤਰ੍ਹਾਂ ਹੀ ਜਿਹੜੀ ਨਵੀਂ ਪੀੜ੍ਹੀ ਆ, ਫਿਰ ਜਦੋਂ ਇਹ ਵੀਡੀਓ ਦੇਖਣਗੀਆਂ, ਇਹ ਗੱਲਾਂ ਬਾਤਾਂ ਸੁਣਨਗੀਆਂ, ਇੱਕ ਤਾਂ ਸਭ ਤੋਂ ਵੱਡੀ ਗੱਲ ਕਿ ਇਹ ਪੰਜਾਬੀ ਜਿਹੜੀ ਇਹ ਜ਼ਿੰਦਾ ਰਹਿ ਜਾਏਗੀ। ਇਸ ਪੰਜਾਬੀ ਜ਼ੁਬਾਨ ਨੂੰ ਵੀ ਬਹੁਤ ਜਲਦੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਕੂਲਾਂ ਕਾਲਜਾਂ ਵਿੱਚ, ਈਵਨ ਕਿ ਘਰਾਂ ਦੇ ਵਿੱਚ ਵੀ ਜਿਹੜਾ ਨਾ ਹੁਣ ਉਰਦੂ ਦਾ ਜਿਹੜਾ ਰਿਵਾਜ ਚੱਲ ਪਿਆ, ਬੱਚਿਆਂ ਨਾਲ ਉਰਦੂ ਬੋਲਦੇ ਆ। ਤੇ ਅਸੀਂ ਆਪਣੇ ਵੀਡੀਓ ਦੇ ਰਾਹੀਂ ਇਹ ਵੀ ਇੱਕ ਸੁਨੇਹਾ ਦੇਈਦਾ ਕਿ ਤੁਸੀਂ ਆਪਣੇ ਕਮ ਅਜ਼ ਕਮ ਬੱਚਿਆਂ ਨਾਲ ਘਰਾਂ ਵਿੱਚ ਤਾਂ ਪੰਜਾਬੀ ਬੋਲੋ ਨਾ ਜੀ, ਕਿਉਂਕਿ ਪੰਜਾਬੀ ਮਾਂ ਬੋਲੀ ਆ। ਇਹ ਅਗਰ ਬੱਚਿਆਂ ਨੇ ਘਰੋਂ ਨਾ ਸਿੱਖੀ ਨਾ, ਤੇ ਬਾਹਰੋਂ ਕਿਸੇ ਅਦਾਰੇ ਨੇ ਪੰਜਾਬੀ ਨੂੰ ਨਹੀਂ ਸਿਖਾਉਣਾ ਬੱਚਿਆਂ ਨੂੰ। ਇਸ ਕਰਕੇ ਪੰਜਾਬੀ ਜਿਹੜੀ ਨਾ ਇਹਨੂੰ ਘਰਾਂ 'ਚ ਆਪਣੇ ਬੱਚਿਆਂ ਨਾਲ ਬੋਲਣੀ ਚਾਹੀਦੀ। ਉਰਦੂ ਹਰ ਅਦਾਰੇ ਨੇ ਸਿਖਾ ਦੇਣੀ ਹੈ, ਸਕੂਲਾਂ 'ਚ ਵੀ ਸਿੱਖ ਲੈਣੀ, ਕਾਲਜਾਂ 'ਚ ਵੀ ਸਿੱਖ ਲੈਣੀ, ਜਿਹੜੇ ਅਦਾਰੇ 'ਚ ਕੰਮ ਕਰਨਗੇ ਉੱਥੇ ਸਿੱਖ ਲੈਣਗੇ। ਲੇਕਿਨ ਅਗਰ ਪੰਜਾਬੀ ਆਪਾਂ ਨਾ ਸਿਖਾਈ ਤਾਂ ਖਤਮ ਹੋ ਜਾਣੀ ਹੈ। ਨਵੇਂ ਪ੍ਰੋਗਰਾਮ ਦੇ ਵਿੱਚ ਕਿਸੇ ਨਵੇਂ ਬਜ਼ੁਰਗ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ ਜੀ।